ਹੈਲੋ ਦੋਸਤੋ, ਮੈਂ ਡਾਕਟਰ ਜਸਪੀਰ ਸਿੰਘ ਕੋਹਲੀ, ਅਸੀਸ ਹੈਲਥ ਕੇਅਰ ਵਿਖੇ ਹੱਡੀਆਂ ਦੇ ਜੋੜਨ ਦਾ ਸਪੈਸ਼ਲਿਸਟ। ਅੱਜ ਆਪਾਂ ਇੱਕ ਹੋਰ ਇੰਪੋਰਟੈਂਟ ਟੌਪਿਕ ਬਾਰੇ ਡਿਸਕਸ ਕਰਾਂਗੇ, ਜੋ ਕਿ ਹੈ ਬੁਢਾਪੇ ਵੇਲੇ ਹੋਣ ਵਾਲੇ ਫ੍ਰੈਕਚਰ ਬਾਰੇ, ਅਤੇ ਅਸੀਂ ਉਸ ਨੂੰ ਕਿਵੇਂ ਬਚਾਅ ਉਹਦਾ ਕਰ ਸਕਦੇ ਹਾਂ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਮਾੜੀ ਮੋਟੀ ਸੱਟ ਨਾਲ ਵੀ ਬਜ਼ੁਰਗ ਆਦਮੀ ਨੂੰ ਫ੍ਰੈਕਚਰ ਹੋ ਜਾਂਦਾ ਹੈ। ਇਹ ਕਿਉਂ ਹੁੰਦਾ ਹੈ? ਪਹਿਲੀ ਚੀਜ਼, ਜਿਵੇਂ ਜਿਵੇਂ ਏਜ ਵੱਧਦੀ ਹੈ ਉਵੇਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਉਹਨਾਂ ਨੂੰ ਫ੍ਰੈਕਚਰ ਹੋਣ ਦੀ, ਟੁੱਟਣ ਦੀ ਟੈਂਡੈਂਸੀ ਉਹਨਾਂ ਦੀ ਵੱਧ ਜਾਂਦੀ ਹੈ। ਇਹ ਟੈਂਡੈਂਸੀ ਫੀਮੇਲਸ ਵਿੱਚ, ਲੇਡੀਜ਼ ਵਿੱਚ ਜ਼ਿਆਦਾ ਹੁੰਦੀ ਹੈ, ਕਿਉਂਕਿ ਹਾਰਮੋਨ ਚੇਂਜਸ ਆਉਂਦੇ ਹਨ, ਜਿਹਦੇ ਕਰਕੇ ਉਹਨਾਂ ਦੀ ਹੱਡੀਆਂ ਬ੍ਰਿਟਲ ਹੋ ਜਾਂਦੀਆਂ ਹਨ ਅਤੇ ਛੇਤੀ ਟੁੱਟ ਜਾਂਦੀਆਂ ਹਨ। ਦੂਜੀ ਚੀਜ਼, ਜਿਹੜੇ ਹੱਡੀ ਦੇ ਆਲੇ ਦੁਆਲੇ ਮਾਸ ਹਨ, ਤਣੇ ਹਨ, ਲਿਗਾਮੈਂਟ ਹਨ, ਜਿਹੜੇ ਹੱਡੀ ਨੂੰ ਫੜ ਕੇ ਰੱਖਦੇ ਹਨ, ਉਹ ਵੀ ਕਮਜ਼ੋਰ ਹੋ ਜਾਂਦੇ ਹਨ। ਮੈਂ ਇਹ ਨਹੀਂ ਕਹਿੰਦਾ ਕਮਜ਼ੋਰ ਹੋ ਜਾਂਦੇ ਹਨ, ਮੈਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਓਨੇ ਸਟਰੋਂਗ ਨਹੀਂ ਰਹਿੰਦੇ ਜਿੰਨੇ ਉਹ ਪਹਿਲਾਂ ਹੁੰਦੇ ਸੀ। ਬਟ ਅਸੀਂ ਇਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ। ਅਸੀਂ ਹੁਣ ਵੀ ਇਹ ਸਮਝਦੇ ਹਾਂ ਕਿ ਹੁਣ ਵੀ ਅਸੀਂ ਆਪਣਾ ਉਹੀ ਕੰਮ ਕਰ ਸਕਦੇ ਹਾਂ ਜੋ ਅਸੀਂ 40, 20 ਸਾਲ, 25 ਸਾਲ ਪਹਿਲੇ ਕਰਦੇ ਸੀ। ਇਹੀ ਫ੍ਰੈਕਚਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਸਾਨੂੰ ਇਹ ਸਮਝਣਾ ਪਊਗਾ ਕਿ ਸਾਨੂੰ ਉਮਰ ਦੇ ਨਾਲ ਚੱਲਣਾ ਹੈ। ਜੋ ਕੰਮ ਹੈ ਸਾਡੀ ਉਮਰ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। 40 ਸਾਲ ਵਾਲਾ ਕੰਮ 60 ਸਾਲ ਦੀ ਉਮਰ 'ਚ ਅਸੀਂ ਨਹੀਂ ਕਰ ਸਕਦੇ, ਕਿਉਂਕਿ ਇਹ ਚੀਜ਼ ਸਮਝੋ ਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਵੇਂ ਉਵੇਂ ਹੱਡੀਆਂ ਦੀ ਹੀਲਿੰਗ ਹੋਣ ਦੀ ਕਪੈਸਿਟੀ ਵੀ ਘੱਟ ਜਾਂਦੀ ਹੈ, ਠੀਕ ਹੋਣ ਦੀ ਕਪੈਸਿਟੀ ਵੀ ਘੱਟ ਜਾਂਦੀ ਹੈ। ਉਹ ਫ੍ਰੈਕਚਰ ਜਿਹੜਾ 40 ਸਾਲ ਦੀ ਉਮਰ ਦੇ ਵਿੱਚ 1.5 ਮਹੀਨੇ 'ਚ ਠੀਕ ਹੋਣਾ ਸੀ, ਉਹ ਬੁਢਾਪੇ 'ਚ ਜਾ ਕੇ 2-2, 2.5 ਮਹੀਨੇ ਵੀ ਲੱਗ ਜਾਂਦੇ ਹਨ, ਕਈ ਵਾਰੀ ਇਸ ਤੋਂ ਵੀ ਲੇਟ ਹੋ ਜਾਂਦਾ ਹੈ, ਫਿਰ ਵੀ ਹੱਡੀ ਨਹੀਂ ਜੁੜਦੀ। ਸੋ ਇਹ ਚੀਜ਼ ਸਮਝਣੀ ਹੈ ਕਿ ਅਸੀਂ ਇਹ ਫ੍ਰੈਕਚਰ ਨੂੰ ਪ੍ਰੀਵੈਂਟ ਕਰਨਾ ਹੈ। ਇੱਕ ਸੇਇੰਗ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਚਾਅ ਕਰੋਗੇ ਜ਼ਿਆਦਾ ਵਧੀਆ ਹੈ ਇਲਾਜ ਨਾਲੋਂ, ਕਿਉਂਕਿ ਇਲਾਜ ਲੰਬਾ ਹੈ, ਇਲਾਜ ਨੁਕਸਾਨ ਵੀ ਕਰ ਸਕਦਾ ਹੈ, ਇਲਾਜ ਕੰਪਲਿਕੇਟਡ ਵੀ ਹੈ। ਸੋ ਬਚਾਅ ਹਮੇਸ਼ਾ ਬੈਟਰ ਹੈ। ਸੋ ਕੀ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਫ੍ਰੈਕਚਰ ਜਿਹੜਾ ਹੈ ਉਹ ਨਾ ਹੋਵੇ, ਉਹਦਾ ਕਿਵੇਂ ਬਚਾਅ ਕਰ ਸਕੀਏ। ਬੇਸਿਕਲੀ 3 ਫੈਕਟਰਸ ਹੁੰਦੇ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਨ੍ਹਾਂ ਬਾਰੇ ਅਸੀਂ ਗੱਲ ਕਰਾਂਗੇ। ਪਹਿਲੀ ਚੀਜ਼, ਫਾਲ ਮਤਲਬ ਗਿਰਨਾ ਹੀ। ਜੇ ਅਸੀਂ ਗਿਰਾਂਗੇ ਨਹੀਂ ਤਾਂ ਫ੍ਰੈਕਚਰ ਨਹੀਂ ਹੋਊ। ਸੋ ਪਹਿਲੀ ਚੀਜ਼, ਅਸੀਂ ਗਿਰੀਏ ਹੀ ਕਿਉਂ। ਸੋ ਅਸੀਂ ਕੋਸ਼ਿਸ਼ ਕਰੀਏ ਆਪਣੇ ਆਲੇ ਦੁਆਲੇ ਦਾ ਐਨਵਾਇਰਨਮੈਂਟ ਇੰਨਾ ਸੁਖਾਵਾਂ ਕਰੀਏ ਆਪਣੇ ਵਾਸਤੇ ਕਿ ਅਸੀਂ ਗਿਰੀਏ ਹੀ ਨਾ। ਇਹ ਐਨਵਾਇਰਨਮੈਂਟ ਘਰ ਦੇ ਅੰਦਰ ਵੀ ਹੈ, ਘਰ ਦੇ ਬਾਹਰ ਵੀ ਹੈ। ਸੋ ਆਪਾਂ ਦੋਨੋਂ ਨੂੰ ਬਾਰੇ ਡਿਸਕਸ ਕਰਾਂਗੇ। ਪਹਿਲੀ ਚੀਜ਼, ਘਰ ਦੇ ਬਾਹਰ ਬਾਰੇ। ਜਦੋਂ ਅਸੀਂ ਬਾਹਰ ਜਾਣਾ ਹੈ, ਖਾਸ ਕਰਕੇ ਬਾਰਿਸ਼ ਵੇਲੇ ਜਾਣਾ ਹੈ ਜਾਂ ਵੈਸੇ ਵੀ ਅਸੀਂ ਜਾਣਾ ਹੈ, ਕੋਸ਼ਿਸ਼ ਕਰੀਏ ਇੱਕ ਸਟਿਕ ਨਾਲ ਲੈ ਕੇ ਚੱਲੀਏ, ਇੱਕ ਸੋਟੀ ਨਾਲ ਲੈ ਕੇ ਚੱਲੀਏ, ਤਾਂ ਜੋ ਜੇ ਅਸੀਂ ਕਿਸੇ ਵੇਲੇ ਥਿੜਕਦੇ ਹਾਂ ਤਾਂ ਅਸੀਂ ਉਹਦਾ ਸਹਾਰਾ ਲੈ ਸਕੀਏ। ਦੂਜਾ, ਕਿਸੇ ਬਿਲਡਿੰਗ 'ਚ ਜਾਂਦੇ ਹਾਂ, ਕਿਸੇ ਗੁਰਦੁਆਰਾ ਮੰਦਿਰ ਜਾਂਦੇ ਹਾਂ, ਕੋਸ਼ਿਸ਼ ਕਰੀਏ ਜਿਹੜਾ ਸ਼ਾਈਨੀ ਫਲੋਰ ਹੈ, ਕੋਈ ਫਰਸ਼ ਹੈ, ਸ਼ਾਈਨੀ ਹੈ, ਜਿੰਨਾ ਸ਼ਾਈਨ ਹੋਏਗਾ ਉਹਨਾਂ ਸਲਿੱਪ ਕਰੇਗਾ। ਸੋ ਕੋਸ਼ਿਸ਼ ਕਰੀਏ ਅਸੀਂ ਉਸ ਫਰਸ਼ 'ਤੇ ਨਾ ਤੁਰੀਏ। ਹਰ ਇੱਕ ਥਾਂ 'ਤੇ ਮੈਟ ਵਿਛੇ ਹੁੰਦੇ ਹਨ, ਕਾਰਪੇਟ ਹੁੰਦੇ ਹਨ, ਕੋਸ਼ਿਸ਼ ਕਰੀਏ ਕਾਰਪੇਟ ਅਤੇ ਮੈਟ 'ਤੇ ਤੁਰੀਏ, ਸ਼ਾਈਨ ਵਾਲੇ ਫਲੋਰ 'ਤੇ ਨਾ ਤੁਰੀਏ। ਤੀਜਾ, ਸ਼ੂਜ਼ ਜਿਹੜੇ ਪਾਣੇ ਹਨ ਉਹ ਕੋਸ਼ਿਸ਼ ਕਰੀਏ ਜਿਹੜੀ ਉਹਦਾ ਰਬੜ ਹੈ ਉਹ ਥੱਲੇ ਗਰੂਵਸ ਹੋਣ, ਤਾਂ ਜੋ ਪਕੜ ਮਜ਼ਬੂਤ ਹੋ ਸਕੇ। ਖਾਸ ਕਰਕੇ ਬਾਰਿਸ਼ ਵੇਲੇ ਪਕੜ ਮਜ਼ਬੂਤ ਹੋਏਗੀ ਤਾਂ ਜੋ ਸਲਿੱਪ ਨਾ ਕਰ ਜਾਈਏ। ਚੌਥੀ ਚੀਜ਼, ਰੈਂਪ 'ਤੇ ਕੋਸ਼ਿਸ਼ ਕਰੀਏ ਨਾ ਤੁਰੀਏ। ਪੌੜੀਆਂ 'ਤੇ ਤੁਰ ਸਕਦੇ ਹਾਂ, ਬਟ ਜੇ ਮਜਬੂਰੀ ਹੈ ਕਿ ਹੋਰ ਕੋਈ ਥਾਂ ਨਹੀਂ ਹੈਗੀ, ਰੈਂਪ 'ਤੇ ਹੀ ਤੁਰਨਾ ਹੈ, ਤਾਂ ਆਰਾਮ ਨਾਲ ਸਪੋਰਟ ਨਾਲ ਤੁਰੀਏ, ਹੌਲੀ ਹੌਲੀ ਕਰਕੇ ਤੁਰਨਾ ਹੈ। ਨੈਕਸਟ, ਅਸੀਂ ਫੁੱਟਪਾਥ 'ਤੇ ਚੜ੍ਹਨਾ ਹੈ, ਥੱਲੇ ਉਤਰਨਾ ਹੈ, ਧਿਆਨ ਰੱਖੀਏ ਸੜਕ ਕੇ ਫੁੱਟਪਾਥ ਦਾ ਕਿਨਾਰਾ ਟੁੱਟਾ ਨਾ ਹੋਵੇ, ਥੱਲੇ ਕੋਈ ਟੋਆ ਨਾ ਹੋਵੇ। ਸੋ ਇਹ ਚੀਜ਼ ਥੋੜ੍ਹਾ ਜਿਹਾ ਧਿਆਨ ਰੱਖੀਏ ਤਾਂ ਜੋ ਅਸੀਂ ਗਿਰੀਏ ਨਾ। ਨੈਕਸਟ, ਹੱਥ ਫ੍ਰੀ ਹੋਣੇ ਚਾਹੀਦੇ ਹਨ। ਅਸੀਂ ਪਿੱਠ 'ਤੇ ਬੈਗ ਪਾ ਲਈਏ, ਮੋਢੇ 'ਤੇ ਪਾ ਲਈਏ, ਹੱਥ ਸਾਡੇ ਫ੍ਰੀ ਹੋਣੇ ਚਾਹੀਦੇ ਹਨ, ਕਿਉਂਕਿ ਜੇ ਅਸੀਂ ਗਿਰਦੇ ਹਾਂ ਤਾਂ ਅਸੀਂ ਕਿਸੇ ਚੀਜ਼ ਨੂੰ ਪਕੜ ਸਕੀਏ। ਉਹ ਤਾਂ ਹੀ ਹੋ ਸਕਦਾ ਜੇ ਸਾਡੇ ਹੱਥ ਫ੍ਰੀ ਹੋਣਗੇ। ਸੋ ਇਹ ਸਨ ਆਊਟਡੋਰ ਇਨਵਾਇਰਨਮੈਂਟ ਬਾਰੇ। ਹੁਣ ਹੈ ਇਨਡੋਰ ਇਨਵਾਇਰਨਮੈਂਟ ਬਾਰੇ। ਉਹ ਇਨਡੋਰ ਇਨਵਾਇਰਨਮੈਂਟ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਅਸੀਂ ਮੋਸਟ ਆਫ ਦਾ ਟਾਈਮ ਘਰ ਹੀ ਰਹਿੰਦੇ ਹਾਂ। ਸੋ ਉਹਦੇ ਵਿੱਚ ਕੀ ਹੈ, ਪਹਿਲਾ, ਫਰਸ਼ ਜਿਹੜਾ ਹੈ ਉਸ 'ਚ ਗੰਦ ਨਹੀਂ ਪਿਆ ਹੋਣਾ ਚਾਹੀਦਾ, ਖਿਲਾਰਾ ਨਹੀਂ ਪਿਆ ਹੋਣਾ ਚਾਹੀਦਾ। ਦੂਜੀ ਚੀਜ਼, ਜਿਹੜਾ ਫਲੋਰ ਹੈ ਉਹਦਾ, ਫਰਸ਼ ਹੈ, ਉਹ ਸਮੂਥ ਹੋਣਾ ਚਾਹੀਦਾ, ਬਟ ਸਲਿਪਰੀ ਨਹੀਂ ਹੋਣਾ ਚਾਹੀਦਾ। ਥਰਡ, ਜਦੋਂ ਅਸੀਂ ਬਾਹਰ ਅੰਦਰ ਜਾਂਦੇ ਹਾਂ, ਕਿਸੇ ਕਮਰੇ 'ਚ ਜਾਂਦੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਕੋਈ ਲੈਵਲ, ਇਹ ਲੈਵਲ 'ਚ ਹੋਣਾ ਚਾਹੀਦਾ ਐਕਚੁਅਲ ਤਾਂ ਬਜ਼ੁਰਗਾਂ ਵਾਸਤੇ, ਬਟ ਜੇ ਨਹੀਂ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਟੈਪ ਕਿੱਥੇ ਹੈ, ਅਤੇ ਸਟੈਪ ਦੇ ਨਾਲ ਸਾਨੂੰ ਇੱਕ ਰੇਲਿੰਗ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਉਸਨੂੰ ਪਕੜ ਕੇ ਆਰਾਮ ਨਾਲ ਚੜ੍ਹ ਸਕੀਏ। ਚੌਥਾ, ਜੇ ਅਸੀਂ ਕਾਰਪੇਟ ਵਰਤਦੇ ਹਾਂ ਤਾਂ ਉਹ ਥੱਲੇ ਫਰਸ਼ ਨਾਲ ਚਿਪਕਿਆ ਹੋਣਾ ਚਾਹੀਦਾ, ਫ੍ਰੀ ਨਹੀਂ ਹੋਣਾ ਚਾਹੀਦਾ। ਬਿਕੋਜ਼ ਯੂਜਲੀ ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਉੱਥੇ ਜਿਹੜਾ ਮੈਟ ਵਿਛੇ ਹੁੰਦੇ ਨੇ ਪੌੜੀਆਂ 'ਤੇ, ਬਟ ਜਦੋਂ ਪੈਰ ਰੱਖੀਦਾ ਉਹ ਸਲਿੱਪ ਕਰ ਜਾਂਦਾ ਹੈ, ਤਾਂ ਉਹ ਗਿਰਨ ਦੇ ਚਾਂਸਿਸ ਵੱਧ ਜਾਂਦੇ ਹਨ। ਸੋ ਜੇ ਤਾਂ ਮੈਟ ਵਿਛਾਉਣਾ ਹੈ ਤਾਂ ਥੱਲੇ ਫਿਕਸ ਹੋਣਾ ਚਾਹੀਦਾ ਹੈ। ਪੌੜੀਆਂ ਵਿੱਚ ਸਾਈਡ 'ਤੇ ਰੇਲਿੰਗ ਹੋਣੀ ਚਾਹੀਦੀ ਹੈ, ਲਾਈਟ ਬਹੁਤ ਵਧੀਆ ਹੋਣੀ ਚਾਹੀਦੀ ਹੈ, ਤਾਂ ਜੋ ਸਾਨੂੰ ਇਹ ਦਿਖੇ ਕਿ ਅਸੀਂ ਆਪਣਾ ਪੈਰ ਕਿੱਥੇ ਰੱਖ ਰਹੇ ਹਾਂ। ਇਸੇ ਤਰੀਕੇ ਨਾਲ ਜਿਹੜੇ ਨੋਰਮਲ ਜਗ੍ਹਾ ਹੈ, ਜਿੱਥੇ ਜਿੱਥੇ ਅਸੀਂ ਨੋਰਮਲ ਵਰਤਣਾ ਹੈ, ਰਸੋਈ ਹੈ, ਬਾਥਰੂਮ ਹੈ, ਕਮਰਾ ਹੈ, ਪੌੜੀਆਂ ਹੈ,
ਇਹਦੇ ਵਿੱਚ ਲਾਈਟ ਬਹੁਤ ਅੱਛੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕਮਰੇ 'ਚ ਵੜਦੇ ਹਾਂ ਇੱਕ ਸਵਿਚ ਐਂਟਰੈਂਸ ਤੇ ਹੋਣਾ ਚਾਹੀਦਾ ਹੈ, ਇੱਕ ਬੈੱਡ ਦੇ ਸਾਈਡ ਤੇ ਹੋਣਾ ਚਾਹੀਦਾ ਹੈ, ਤਾਂ ਜੋ ਕਮਰੇ 'ਚ ਵੜਦੇ ਸਾਰ ਲਾਈਟ ਔਨ ਹੋ ਜਾਵੇ। ਕਦੀ ਵੀ ਹਨੇਰੇ 'ਚ ਪੈਰ ਨਹੀਂ ਪਾਉਣਾ, ਕਿਉਂਕਿ ਸਾਨੂੰ ਨਹੀਂ ਪਤਾ ਅਸੀਂ ਪੈਰ ਕਿੱਥੇ ਰੱਖ ਰਹੇ ਹਾਂ, ਕੋਈ ਚੀਜ਼ ਪਈ ਹੋਊਗੀ, ਪੈਰ ਥਿੜਕ ਜਾਊਗਾ, ਗਿਰ ਜਾਵਾਂਗੇ। ਸੋ ਹਨੇਰੇ 'ਚ ਨਹੀਂ ਤੁਰਨਾ। ਦੂਜਾ, ਚੱਪਲ ਪਾ ਕੇ ਤੁਰਨਾ ਹੈ, ਜਰਾਬਾਂ ਪਾ ਕੇ ਤਾਂ ਬਿਲਕੁਲ ਨਹੀਂ ਤੁਰਨਾ, ਕਿਉਂਕਿ ਜਰਾਬਾਂ ਸਲਿੱਪਰੀ ਹੁੰਦੀਆਂ ਹਨ, ਸਲਿੱਪ ਹੋਣ ਦੇ ਚਾਂਸ ਹੋ ਜਾਂਦੇ ਆ। ਨੈਕਸਟ, ਜਿਹੜੀ ਬਿਜਲੀ ਦੀ ਵਾਇਰ ਹੈ, ਟੈਲੀਫੋਨ ਦੀ ਵਾਇਰ ਹੈ, ਉਹ ਸਾਈਡ ਤੇ ਹੋਣੀ ਚਾਹੀਦੀ ਹੈ, ਦੀਵਾਰ ਤੇ ਮੇਖਾਂ ਨਾਲ ਜੁੜੀ ਹੋਣੀ ਚਾਹੀਦੀ ਹੈ, ਉਹ ਰਸਤੇ ਦੇ ਵਿੱਚ ਨਹੀਂ ਹੋਣੀ ਚਾਹੀਦੀ। ਬਾਥਰੂਮ ਦੇ ਵਿੱਚ ਫਲੋਰ ਸਲਿੱਪਰੀ ਹੁੰਦਾ ਹੈ, ਪਹਿਲੀ ਗੱਲ ਤਾਂ ਕੋਸ਼ਿਸ਼ ਕਰੀਏ ਉੱਥੇ ਵੀ ਟਾਈਲਾਂ ਉਹ ਲਾਈਏ ਜਿਹੜੀਆਂ ਸਲਿੱਪਰੀ ਨਾ ਹੋਣ। ਬਟ ਜੇ ਆਲਰੇਡੀ ਲੱਗੀਆਂ ਹੋਈਆਂ ਹਨ ਤਾਂ ਐਂਟੀ ਸਕਿਡ ਮੈਟ ਆਉਂਦੇ ਹਨ, ਉਹ ਰੱਖੀਏ। ਬਾਥ ਟਬ ਦੇ ਵਿੱਚ ਐਂਟੀ ਸਕਿਡ ਮੈਟ ਰੱਖੀਏ। ਫਲਸ਼ ਦੇ ਕੋਲ ਰੇਲਿੰਗ ਲਗਾਈਏ, ਸਾਈਡ ਤੇ ਨਹਾਉਣ ਵਾਲੀ ਥਾਂ ਤੇ ਸਾਈਡ ਤੇ ਰੇਲਿੰਗ ਲਗਾਈਏ, ਤਾਂ ਜੋ ਉਹਨੂੰ ਫੜ ਕੇ ਆਰਾਮ ਨਾਲ ਅਸੀਂ ਉੱਠ ਸਕੀਏ। ਨਹਾਉਣ ਵੇਲੇ ਸਟੂਲ ਤੇ ਨਹੀਂ ਬਹਿਣਾ ਹੈ, ਕੋਸ਼ਿਸ਼ ਕਰਨਾ ਹੈ ਉੱਚੀ ਕੁਰਸੀ ਤੇ ਰੱਖਣਾ ਹੈ, ਬਹਿਣਾ ਹੈ, ਪਰ ਉਹ ਕੁਰਸੀ ਵੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਕਿ ਸਾਡੇ ਸਰੀਰ ਦਾ ਭਾਰ ਸਹਾਰ ਸਕੇ। ਇਹ ਨਾ ਹੋਵੇ ਅਸੀਂ ਕੁਰਸੀ ਤੇ ਬੈਠ ਕੇ ਉੱਠਣ ਲੱਗੀਏ ਤੇ ਕੁਰਸੀ ਗਿਰ ਜਾਵੇ। ਇਹ ਚੀਜ਼ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਾਡੇ ਕੋਲ ਇੱਕ ਟਾਰਚ ਪਈ ਹੋਣੀ ਚਾਹੀਦੀ ਹੈ, ਬਾਈ ਚਾਂਸ ਲਾਈਟ ਨਾ ਹੋਵੇ, ਹਨੇਰੇ 'ਚ ਕਿੱਥੇ ਉੱਠਾਂਗੇ, ਤਾਂ ਟਾਰਚ ਹਮੇਸ਼ਾ ਸਾਡੇ ਨਾਲ ਪਈ ਹੋਣੀ ਚਾਹੀਦੀ ਹੈ। ਨੈਕਸਟ, ਮੋਬਾਈਲ ਸਾਡੇ ਕੋਲ ਹੋਣਾ ਚਾਹੀਦਾ ਜਾਂ ਟੈਲੀਫੋਨ ਸਾਡੇ ਰੀਚ ਵਿੱਚ ਹੋਣਾ ਚਾਹੀਦਾ ਹੈ ਕਿ ਲੋੜ ਪੈਣ ਤੇ ਅਸੀਂ ਕਾਲ ਕਰ ਸਕੀਏ। ਨੈਕਸਟ, ਸਾਡੇ ਮੋਬਾਈਲ ਤੇ ਸਪੀਡ ਡਾਇਲ ਦੇ ਵਿੱਚ ਨੰਬਰ ਫੀਡ ਹੋਣੇ ਚਾਹੀਦੇ ਹਨ। ਕਈ ਵਾਰੀ ਧਿਆਨ ਨਹੀਂ ਹੁੰਦਾ, ਯਾਦ ਨਹੀਂ ਰਹਿੰਦਾ ਨੰਬਰ। ਸਪੀਡ ਡਾਇਲ 'ਚ ਘਰ ਦੇ ਕਿਸੇ ਬੰਦੇ ਦਾ ਨੰਬਰ ਹੋਣਾ ਚਾਹੀਦਾ ਜਿਹੜਾ ਲੋੜ ਪੈਣ ਤੇ ਜਿਹਨੂੰ ਅਸੀਂ ਕਾਲ ਕਰ ਸਕੀਏ। ਨੈਕਸਟ, ਇਹ ਦੇਖਣਾ ਹੈ ਮੰਜਾ ਸਾਡਾ ਉੱਚਾ ਹੋਣਾ ਚਾਹੀਦਾ। ਨੀਵੇਂ ਮੰਜੇ ਤੇ ਜਦੋਂ ਉੱਠਾਂਗੇ ਕਈ ਵਾਰੀ ਝਟਕਾ ਲੱਗਦਾ ਹੈ, ਪ੍ਰੋਬਲਮ ਆ ਜਾਂਦੀ ਹੈ। ਉੱਚਾ ਹੋਣਾ ਚਾਹੀਦਾ। ਜਿਹੜੀ ਚੀਜ਼ ਅਸੀਂ ਨਾਰਮਲ ਵਰਤਦੇ ਹਾਂ ਉਹ ਸਾਡੀ ਰੀਚ ਵਿੱਚ ਹੋਣੀ ਚਾਹੀਦੀ ਹੈ, ਨਾ ਬਹੁਤ ਉੱਚੀ ਨਾ ਬਹੁਤ ਨੀਵੀਂ। ਬਟ ਫਿਰ ਵੀ ਜੇ ਕੋਈ ਐਸੀ ਚੀਜ਼ ਹੈ ਜਿਹੜੀ ਅਸੀਂ ਉੱਪਰੋਂ ਉਤਾਰਨੀ ਚਾਹੁੰਦੇ ਹਾਂ ਤਾਂ ਇੱਕ ਅੱਛੇ ਮਜ਼ਬੂਤ ਸਟੂਲ ਤੇ ਚੜੀਏ, ਜਿਹਦੇ ਤੇ ਰੇਲਿੰਗ ਹੋਵੇ, ਉਹਨੂੰ ਫੜ ਕੇ ਚੜ੍ਹ ਕੇ ਫਿਰ ਉਤਾਰੀਏ। ਮਗਰ ਉਹ ਵੀ ਤਾਂ ਜੇ ਸਾਡੀ ਪ੍ਰੈਜ਼ੈਂਸ 'ਚ ਕੋਈ ਖੜਾ ਹੈ ਜਾਂ ਖੜੀ ਹੈ, ਤਾਂ ਜੋ ਜੇ ਬਾਈ ਚਾਂਸ ਰੱਬ ਨਾ ਕਰੇ ਸਾਨੂੰ ਕੁਝ ਹੁੰਦਾ ਹੈ ਤਾਂ ਸਾਨੂੰ ਉਹ ਪਕੜ ਸਕੇ। ਨੈਕਸਟ, ਸਾਡੀਆਂ ਜਿਹੜੀਆਂ ਦਵਾਈਆਂ ਅਸੀਂ ਖਾਂਦੇ ਹਾਂ, BP ਦੀ ਦਵਾਈ ਖਾਂਦੇ ਹਾਂ, ਸ਼ੂਗਰ ਦੀ ਦਵਾਈ ਖਾਂਦੇ ਹਾਂ, ਉਹ ਕਦੀ ਘਾਟ ਨਹੀਂ ਹੋਣੀ ਚਾਹੀਦੀ, ਉਹ ਹਮੇਸ਼ਾ ਸਾਡੇ ਕੋਲ ਐਂਪਲ ਅਮਾਊਂਟ ਹੋਣਾ ਚਾਹੀਦਾ ਹੈ। ਕਈ ਵਾਰੀ ਇਹ ਹੁੰਦਾ ਕਿ BP ਦੀ ਦਵਾਈ ਮੁੱਕ ਗਈ, ਸ਼ੂਗਰ ਦੀ ਦਵਾਈ ਮੁੱਕ ਗਈ, ਅਸੀਂ ਬਾਜ਼ਾਰ ਜਾ ਕੇ ਲੈ ਕੇ ਨਹੀਂ ਆ ਸਕੇ, ਇੱਕਦਮ BP ਸ਼ੂਗਰ ਵੱਧ ਗਿਆ, ਘਬਰਾਹਟ ਹੋਈ, ਚੱਕਰ ਆ ਗਏ, ਗਿਰ ਗਏ। ਸੋ ਇਹ ਦਵਾਈਆਂ ਹੋਣੀਆਂ ਚਾਹੀਦੀਆਂ। ਕੋਸ਼ਿਸ਼ ਕਰੋ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਕੈਮਿਸਟ ਹੈ ਉਹਦੇ ਕੋਲ ਇੱਕ ਪਰਚੀ ਦੀ ਫੋਟੋਕਾਪੀ ਹੋਣੀ ਚਾਹੀਦੀ ਹੈ, ਕਿ ਤਾਂ ਜੋ ਐਟਲੀਸਟ ਉਹਨੂੰ ਫੋਨ ਕਰ ਦਿਓ, ਤੁਹਾਨੂੰ ਦਵਾਈਆਂ ਘਰ ਦੇ ਜਾਵੇ। ਜਦੋਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਨੂੰ ਜ਼ਰੂਰ ਜਾ ਕੇ ਆਪਣੀ ਦਵਾਈਆਂ ਸਾਰੀਆਂ ਨਾਲ ਲੈ ਕੇ ਜਾਓ, ਉਹਨੂੰ ਦਿਖਾਓ ਵੀ ਤੁਸੀਂ ਕਿਹੜੀਆਂ ਦਵਾਈਆਂ ਖਾ ਰਹੇ ਹੋ, ਉਹਨੂੰ ਪੁੱਛੋ ਵੀ ਇਹਨਾਂ ਦਵਾਈਆਂ ਦਾ ਆਪਸ ਕੋਈ ਰਿਐਕਸ਼ਨ ਤਾਂ ਨਹੀਂ ਹੈ। ਨਾਲੇ ਇਹ ਵੀ ਡਾਕਟਰ ਨੂੰ ਪੁੱਛੋ ਵੀ ਇਹ ਕੋਈ ਦਵਾਈ ਐਸੀ ਤਾਂ ਨਹੀਂ ਹੈ ਜਿਹਦੇ ਨਾਲ ਨੀਂਦ ਆਊਗੀ, ਘਬਰਾਹਟ ਹੋਊਗੀ, ਤਾਂ ਜੋ ਉਹ ਤੁਸੀਂ ਖਾਣ ਵੇਲੇ ਥੋੜ੍ਹਾ ਜਿਹਾ ਇਹਤਿਆਤ ਵਰਤ ਸਕੋ। ਜੇ ਇਕੱਲੇ ਰਹਿੰਦੇ ਹੋ, ਕੋਸ਼ਿਸ਼ ਕਰੋ ਕੋਈ ਬੰਦਾ ਹੋਵੇ ਤੁਹਾਡੀ ਰਿਸ਼ਤੇਦਾਰੀ 'ਚੋਂ, ਦੋਸਤੀ ਯਾਰੀ 'ਚੋਂ, ਆਂਢ ਗੁਆਂਢ 'ਚੋਂ, ਜਿਹਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਹੋ। ਭਾਵੇਂ ਤੁਸੀਂ ਉਸ ਨੂੰ ਰੋਜ਼ ਫੋਨ ਕਰੋ, ਭਾਵੇਂ ਉਹ ਤੁਹਾਨੂੰ ਰੋਜ਼ ਫੋਨ ਕਰੇ, ਤਾਂ ਜੋ ਤੁਹਾਡੀ ਹੈਲਥ ਬਾਰੇ ਡੇਲੀ ਰਿਪੋਰਟ ਉਹਨੂੰ ਕੋਲ ਜਾਣੀ ਚਾਹੀਦੀ ਹੈ। ਰੱਬ ਨਾ ਕਰੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤੇ ਅਗਲਾ ਇਮੀਡੀਏਟਲੀ ਤੁਹਾਡੀ ਹੈਲਪ ਕਰਨ ਲਈ ਪਹੁੰਚ ਸਕੇ। ਇਹ ਸੀਗਾ এনवायरमेंट ਬਾਰੇ ਵੀ, ਅਸੀਂ ਗਿਰੀਏ ਹੀ ਨਾ। ਨੈਕਸਟ ਆਉਂਦਾ ਹੈ, ਸਪੋਜ਼ ਬੈਸਟ ਐਫਰਟਸ ਨਾਲ ਵੀ ਅਸੀਂ ਗਿਰਦੇ ਹਾਂ, ਫਿਰ ਕਿਸ ਸਪੀਡ ਨਾਲ ਗਿਰਨਾ ਹੈ, ਕਿਸ ਪਾਸੇ ਗਿਰਨਾ ਹੈ, ਤਾਂ ਜੋ ਇੰਪੈਕਟ ਘੱਟ ਤੋਂ ਘੱਟ ਹੋਵੇ। ਸੋ ਉਹਨੂੰ ਕਹਿੰਦੇ ਹਨ ਫੋਰਸ ਆਫ ਫਾਲ ਐਂਡ ਡਾਇਰੈਕਸ਼ਨ ਆਫ ਫਾਲ। ਸੋ ਉਹਦੇ ਵਿੱਚ ਕੀ ਹੈ, ਇਹ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਗਿਰਦੇ ਹਾਂ, ਜੇ ਅਸੀਂ ਪਿੱਠ ਭਰ ਗਿਰਾਂਗੇ ਤਾਂ ਸਾਡੀ ਰੀੜ੍ਹ ਦੀ ਹੱਡੀ 'ਤੇ ਸੱਟ ਵੱਜੂਗੀ, ਜੇ ਅਸੀਂ ਪਾਸੇ 'ਤੇ ਗਿਰਾਂਗੇ ਸਾਡੇ ਚੂਲੇ 'ਤੇ ਸੱਟ ਵੱਜੂਗੀ, ਜੇ ਅਸੀਂ ਅੱਗੇ ਪਾਸੇ ਨੂੰ ਗਿਰਾਂਗੇ ਤਾਂ ਸਾਡੇ ਹੱਥ 'ਤੇ ਸੱਟ ਵੱਜੂ। ਇਹ ਸਮਝੋ ਕਿ ਜੇ ਕੋਈ ਚੂਲੇ 'ਤੇ ਸੱਟ ਵੱਜਦੀ ਹੈ ਜਾਂ ਰੀੜ੍ਹ ਦੀ ਹੱਡੀ 'ਤੇ ਸੱਟ ਵੱਜਦੀ ਹੈ ਤਾਂ ਇਹ ਵੱਡਾ ਕੰਮ ਹੈ। ਜ਼ਿਆਦਾ ਦੇਰ ਬੈੱਡ ਰੈਸਟ ਚਾਹੀਦੀ ਹੈ, ਵੱਡੀਆਂ ਸਰਜਰੀਜ਼ ਦੀ ਲੋੜ ਪੈ ਸਕਦੀ ਹੈ, ਜਿਹੜੀ ਪ੍ਰੋਬਲਮੈਟਿਕ ਹੈ। ਮਗਰ ਜੇ ਅਸੀਂ ਅੱਗੇ ਨੂੰ ਗਿਰਦੇ ਹਾਂ, ਚਲੋ ਫ੍ਰੈਕਚਰ ਕੋਈ ਵੀ ਮਾੜਾ ਹੈ, ਬਟ ਐਟਲੀਸਟ ਜਿਹੜਾ ਸੱਟ ਸਾਡੇ ਗੁੱਟ 'ਤੇ ਆਊਗੀ, ਫ੍ਰੈਕਚਰ ਸਾਡਾ ਗੁੱਟ 'ਤੇ ਹੋਊਗਾ, ਉਹਦੇ ਵਿੱਚ ਬੈੱਡ ਰੈਸਟ ਦੀ ਲੋੜ ਨਹੀਂ, ਵੱਡੀਆਂ ਸਰਜਰੀਜ਼ ਦੀ ਲੋੜ ਨਹੀਂ। ਸੋ ਘੱਟ ਇੰਪੈਕਟ, ਘੱਟ ਪ੍ਰੋਬਲਮ ਆਊਗੀ, ਜਲਦੀ ਠੀਕ ਹੋ ਜਾਊਗਾ। ਸੋ ਕੋਸ਼ਿਸ਼ ਕਰੀਏ ਜੇ ਗਿਰ ਰਹੇ ਹਾਂ ਅਸੀਂ, ਅੱਗੇ ਨੂੰ ਗਿਰੀਏ ਜਾਂ ਬੰਪਸ 'ਤੇ ਗਿਰੀਏ, ਕਿਉਂਕਿ ਬੰਪਸ 'ਤੇ ਗਿਰਾਂਗੇ ਮਸਲ ਹੁੰਦਾ ਹੈ, ਉਹ ਇੰਪੈਕਟ ਹੱਡੀ 'ਤੇ ਨਹੀਂ ਆਉਂਦਾ, ਮਸਲ 'ਤੇ ਆਉਂਦਾ ਹੈ। ਨੈਕਸਟ, ਕੋਸ਼ਿਸ਼ ਕਰੀਏ ਇੰਪੈਕਟ ਘਟਾਉਣ ਵਾਸਤੇ ਆਲੇ ਦੁਆਲੇ ਕੋਈ ਵੀ ਚੀਜ਼ ਹੈ ਉਹਨੂੰ ਫੜ ਲਈਏ, ਤਾਂ ਜੋ ਇੰਪੈਕਟ ਜਿਹੜਾ ਸਾਡੀ ਬੋਡੀ 'ਤੇ ਨਾ ਆਵੇ। ਅਲਟੀਮੇਟਲੀ ਤਾਂ ਮੇਨ ਹੈ ਵੀ ਜਿੰਨਾ ਇੰਪੈਕਟ ਘੱਟ ਤੋਂ ਘੱਟ ਆਊਗਾ, ਉਹਨਾਂ ਫ੍ਰੈਕਚਰ ਹੋਣ ਦੇ ਚਾਂਸਿਸ ਘੱਟ ਤੋਂ ਘੱਟ ਹੋਣਗੇ। ਸੋ ਇਹ ਦੋ ਚੀਜ਼ਾਂ ਸਨ। ਪਹਿਲੀ, ਗਿਰਨਾ ਹੀ ਨਹੀਂ। ਦੂਜਾ, ਜੇ ਗਿਰੀਏ ਤਾਂ ਕਿਸ ਪਾਸੇ ਗਿਰੀਏ। ਥਰਡ, ਉਹਦੇ ਵਾਸਤੇ ਇਹਦੇ ਲਈ ਇੱਕ ਹੋਰ ਚੀਜ਼ ਕਰ ਸਕਦੇ ਹਾਂ। ਅੱਜ ਕੱਲ੍ਹ ਜੇ ਸਾਨੂੰ ਟੈਂਡੈਂਸੀ ਹੈ ਵੀ ਅਸੀਂ ਰੈਗੂਲਰ ਗਿਰ ਰਹੇ ਹਾਂ, ਕੋਈ ਪ੍ਰੋਬਲਮ ਹੈ ਸਾਨੂੰ, ਅਸੀਂ ਗਿਰ ਰਹੇ ਹਾਂ, ਤਾਂ ਅੱਜ ਕੱਲ੍ਹ ਐਕਸਟਰਾ ਪੈਡਿੰਗ ਆਉਂਦੀਆਂ ਹੈ ਜੋ ਕੂਣੀਆਂ 'ਤੇ ਪੈ ਜਾਂਦੀਆਂ ਹੈ, ਬੈਕ 'ਤੇ ਪੈ ਜਾਂਦੀ ਹੈ, ਤਾਂ ਜੋ ਜੇ ਗਿਰੀਏ ਤਾਂ ਕੁਸ਼ਨ ਜਿਹੜਾ ਹੈਗਾ ਉਹ ਇੰਪੈਕਟ ਸਾਡੀ ਹੱਡੀ 'ਤੇ ਨਾ ਆਉਣ ਦੇਵੇ।
ਨੈਕਸਟ ਹੈ ਫ੍ਰੈਜਿਲਿਟੀ ਆਫ ਦ ਬੋਨ ਦੀ ਸਟਰੈਂਥ ਬਾਰੇ। ਹੱਡੀਆਂ ਜਿੰਨੀਆਂ ਮਜ਼ਬੂਤ ਹੋਣਗੀਆਂ ਉਹਨਾਂ ਗਿਰਨ ਤੋਂ ਬਾਅਦ ਵੀ ਫ੍ਰੈਕਚਰ ਘੱਟ ਤੋਂ ਘੱਟ ਹੋਊਗਾ। ਉਹਦੇ ਵਾਸਤੇ ਕੈਲਸ਼ੀਅਮ ਰਿਚ ਡਾਈਟ ਲੈਣੀ ਹੈ। 90% ਇੰਡੀਅਨਸ ਅੱਜ ਕੱਲ੍ਹ ਵਿਟਾਮਿਨ ਡੀ ਘਾਟ ਹੈ, ਉਹਨਾਂ ਨੂੰ ਵਿਟਾਮਿਨ ਡੀ ਜ਼ਰੂਰ ਲੈਣਾ ਚਾਹੀਦਾ ਹੈ। ਮਸਲਸ ਦੀ ਤਾਕਤ ਵਾਸਤੇ ਪ੍ਰੋਟੀਨਸ ਲੈਣੇ ਚਾਹੀਦੇ ਹਨ। ਆਪਣੇ ਡਾਕਟਰ ਕੋਲ ਜਾਓ, ਉਹਨੂੰ ਪੁੱਛੋ ਕਿ ਬੋਨ ਮਿਨਰਲ ਡੈਂਸਿਟੀ ਕਿੱਥੋਂ ਹੁੰਦੀ ਹੈ, ਜ਼ਰੂਰ ਕਰਵਾਓ। ਆਪਾਂ ਸਾਰੇ ਬਲੱਡ ਦੇ ਟੈਸਟ ਕਰਵਾਉਂਦੇ ਹਾਂ, ਮਗਰ ਬੋਨ ਮਿਨਰਲ ਡੈਂਸਿਟੀ ਨਹੀਂ ਕਰਵਾਉਂਦੇ। ਉਹ ਵੀ ਜ਼ਰੂਰੀ ਹੈ, ਉਹ ਵੀ ਕਰਵਾਓ, ਪਤਾ ਲੱਗੇ ਸਾਡੀ ਹੱਡੀਆਂ ਦੀ ਸਟਰੈਂਥ ਕਿੰਨੀ ਹੈ। ਡਾਕਟਰ ਦੀ ਸਲਾਹ ਲਓ ਕਿ ਬੋਨ ਨੂੰ ਲਾਸ ਨੂੰ ਘਟਾਉਣ ਵਾਸਤੇ ਕਿਹੜੀਆਂ ਦਵਾਈਆਂ ਤੁਹਾਡੀ ਉਮਰ ਦੇ ਹਿਸਾਬ ਨਾਲ, ਤੁਹਾਡੀਆਂ ਹੋਰ ਬਿਮਾਰੀ ਦੇ ਹਿਸਾਬ ਨਾਲ ਤੁਹਾਡੇ ਲਈ ਫਾਇਦੇਮੰਦ ਹੈ, ਉਹ ਜ਼ਰੂਰ ਲਓ। ਇਹ ਚੀਜ਼ ਸਮਝੋ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਬਚਾਅ ਜਿੰਨਾ ਕਰਾਂਗੇ ਉਨਾ ਵਧੀਆ ਹੈ, ਬਟ ਫਿਰ ਵੀ ਬੈਸਟ ਪੋਸੀਬਲ ਟ੍ਰੀਟਮੈਂਟ ਤੋਂ ਬਾਅਦ ਵੀ ਸਪੋਜ਼ ਅਸੀਂ ਗਿਰਦੇ ਹਾਂ, ਸਾਨੂੰ ਫ੍ਰੈਕਚਰ ਹੁੰਦਾ ਹੈ, ਉਸ ਵੇਲੇ ਘਰ ਬੈਠ ਕੇ ਵੇਟ ਨਹੀਂ ਕਰਨੀ, ਮਾਲਿਸ਼ ਵਾਲੇ ਕੋਲ ਨਹੀਂ ਜਾਣਾ, ਨਾ ਤਾਂ ਵੇਟ ਕਰਨ ਨਾਲ ਕੁਝ ਹੋਊਗਾ, ਮਾਲਿਸ਼ ਵਾਲਾ ਤਾਂ ਹੋਰ ਖਰਾਬ ਕਰਦਾ। ਇਸ ਕਰਕੇ ਉਸ ਕੰਡੀਸ਼ਨ ਦੇ ਵਿੱਚ ਛੇਤੀ ਤੋਂ ਛੇਤੀ ਆਪਣੇ ਏਰੀਏ ਦੇ ਕਿਸੇ ਸਪੈਸ਼ਲਿਸਟ ਡਾਕਟਰ ਨੂੰ ਮਿਲੋ, ਕਿਉਂਕਿ ਇਸ਼ੂ ਇਹ ਹੈ ਕਿ ਇੱਕ ਤਾਂ ਸਾਨੂੰ ਪਤਾ ਵੀ ਉਹਦੀ ਨੈਚੁਰਲ ਟੈਂਡੈਂਸੀ ਹੈ ਕਿ ਉਹਨੇ ਲੇਟ ਹੀਲ ਹੋਣਾ ਹੈ, ਤਾਂ ਅਸੀਂ ਹੋਰ ਲੇਟ ਕਿਉਂ ਕਰੀਏ। ਛੇਤੀ ਤੋਂ ਛੇਤੀ ਜਾਓ, ਸਪੈਸ਼ਲਿਸਟ ਡਾਕਟਰ ਕੋਲ ਜਾਓ, ਐਕਸਰੇ ਕਰਾਓ, ਇਲਾਜ ਕਰਵਾਓ, ਤਾਂ ਜੋ ਛੇਤੀ ਤੋਂ ਛੇਤੀ ਤੁਸੀਂ ਰਿਕਵਰ ਹੋ ਸਕੋ। ਮੈਂ ਉਮੀਦ ਕਰਦਾ ਹਾਂ ਇਹ ਵੀਡੀਓਜ਼ ਨੇ ਤੁਹਾਡੇ ਕਾਫੀ ਡਾਊਟ ਕਲੀਅਰ ਕੀਤੇ ਹੋਣਗੇ। ਜੇ ਤੁਹਾਨੂੰ ਫਿਰ ਵੀ ਕੋਈ ਹੋਰ ਡਾਊਟ ਹੈ ਤਾਂ ਸਾਨੂੰ ਸਾਡੇ ਨੰਬਰ 730 710 7777 'ਤੇ ਕਾਲ ਕਰੋ, ਮੈਸੇਜ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਈ ਵੀ ਕੁਐਰੀਜ਼ ਹੈ ਉਹਨੂੰ ਸੋਲਵ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿਸੇ ਹੋਰ ਟੌਪਿਕ 'ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ, ਭਾਵੇਂ ਆਰਥੋ ਰਿਲੇਟਡ ਹੋਵੇ, ਭਾਵੇਂ ਸਰਜਰੀ ਰਿਲੇਟਡ ਹੋਵੇ, ਭਾਵੇਂ ਪੀਡੀਆਟ੍ਰਿਕ ਰਿਲੇਟਡ ਹੋਵੇ, ਕਿਸੇ ਹੋਰ ਸਪੈਸ਼ਲਿਟੀ ਰਿਲੇਟਡ ਵੀ ਹੋਵੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੈਸਟ ਲੈਕਚਰਸ ਆਰਗੇਨਾਈਜ਼ ਕਰਾਂਗੇ। ਬਟ ਤੁਸੀਂ ਸਾਨੂੰ ਪਲੀਜ਼ ਜ਼ਰੂਰ ਮੈਸੇਜ ਭੇਜ ਕੇ ਦੱਸੋ ਵੀ ਤੁਸੀਂ ਕਿਸ ਟੌਪਿਕ 'ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ। ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ। ਸਾਡੇ ਚੈਨਲ ਅਸੀਸ ਹੈਲਥ ਕੇਅਰ YouTube 'ਤੇ ਵੀ ਹੈ, Instagram 'ਤੇ ਵੀ ਹੈ। ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਵੀਡੀਓਜ਼ ਨੂੰ ਲਾਈਕ ਕਰੋ, ਅੱਗੇ ਸ਼ੇਅਰ ਕਰੋ, ਤਾਂ ਜੋ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਚੱਕ ਸਕਣ। ਥੈਂਕ ਯੂ ਵੈਰੀ ਮਚ।